ਅੱਜ ਦੀ ਕਹਾਣੀ ਮਾਂ ਦੀ ਸਿੱਖਿਆ। ਮੇਰੀ ਬੇਟੀ ਜਸ਼ਨ ਦਾ ਵਿਆਹ 6 ਮਹੀਨੇ ਪਹਿਲਾਂ ਹੀ ਹੋਇਆ ਸੀ। ਉਹ ਬਹੁਤ ਮਜ਼ਾਕੀਆ ਸੀ ਅਤੇ ਹਮੇਸ਼ਾ ਹੱਸਦੀ ਤੇ ਮਜ਼ਾਕ ਕਰਦੀ ਸੀ। ਜਸ਼ਨ ਨੂੰ ਵੇਖ ਮੈਨੂੰ ਆਪਣਾ ਬਚਪਨ ਤੇ ਜਵਾਨੀ ਦੇ ਹਸੀਨ ਤੇ ਖੱਟੇ ਮਿੱਠੇ ਪਲ ਯਾਦ ਆ ਜਾਂਦੇ ਸਨ ਜੋ ਮੈਂ ਆਪਣੇ ਪੇਕੇ ਘਰ 'ਚ ਜੀ ਕੇ ਆਈ ਸੀ। ਉਸ ਜ਼ਿੰਦਗੀ ਦਾ ਇਸ ਜ਼ਿੰਦਗੀ ਨਾਲ ਬਹੁਤ ਫਰਕ ਸੀ। ਜਸ਼ਨ ਦੇ ਹਾਸਿਆਂ ਨੇ ਮੈਨੂੰ ਆਪਣੇ ਸਹੁਰੇ ਘਰ 'ਚ ਜੀਣ ਦੀ ਤੇ ਜ਼ਿੰਦਗੀ 'ਚ ਅੱਗੇ ਵਧਣ ਦੀ ਸ਼ਕਤੀ ਦਿੱਤੀ। ਜਦੋਂ ਮੈਂ ਵਿਆਹ ਕੇ ਆਈ ਸੀ ਤਾਂ ਜਸ਼ਨ ਦੇ ਪਾਪਾ ਜਸਵਿੰਦਰ ਮੈਨੂੰ ਪਿਆਰ ਨਾਲ ਸੱਤ ਕਹਿੰਦੇ ਸਨ। ਵਿਆਹ ਦੇ ਪਹਿਲੇ ਦਿਨ ਤੋਂ ਅੱਜ ਤੱਕ ਸਭ ਕੁਝ ਬਦਲਦਾ ਰਿਹਾ, ਪਰ ਇੱਕ ਚੀਜ਼ ਜੋ ਜਸਵਿੰਦਰ ਦੀ ਨਹੀਂ ਬਦਲੀ ਸੀ ਉਹ ਸੀ ਮੈਨੂੰ ਸਤਵਿੰਦਰ ਤੋਂ ਸੱਤ ਕਹਿ ਕੇ ਬੁਲਾਉਣਾ। ਮੈਨੂੰ ਚਾਅ ਚੜ ਜਾਂਦਾ ਸੀ, ਪਰ ਜਸਵਿੰਦਰ ਦੇ ਬਦਲਦੇ ਸੁਭਾਅ ਨੇ ਮੇਰੀਆਂ ਖੁਸ਼ੀਆਂ ਦਾ ਦਮ ਘੋਟਣਾ ਸ਼ੁਰੂ ਕਰ ਦਿੱਤਾ। ਵਿਆਹ ਨੂੰ ਅਜੇ 2 ਦਿਨ ਵੀ ਨਹੀਂ ਹੋਏ ਸਨ, ਪਹਿਲਾਂ ਉਹਨਾਂ ਨੇ ਮੈਨੂੰ ਰੋਜ਼ 4 ਵਜੇ ਉੱਠਣ ਦੀ ਹਿਦਾਇਤ ਦਿੱਤੀ ਜੋ ਅੱਜ ਤੱਕ ਕਾਇਮ ਹੈ। ਨਾਸ਼ਤੇ 'ਚ ਸਿਰਫ ਪਰੌਂਠੇ, ਉਹ ਵੀ ਤਾਜ਼ੀ ਸਬਜ਼ੀ ਨਾਲ। ਦੁਪਹਿਰ ਵਾਸਤੇ ਰੋਜ਼ ਤਾਜ਼ਾ ਚੌਲ। ਸ਼ਾਮ ਦੇ ਹੁੰਦਿਆਂ ਹੀ ਚਾਹ ਨਾਲ ਘਰ ਦੇ ਬਣੇ ਬਿਸਕੁਟ। ਰਾਤ ਦਾ ਖਾਣਾ 7 ਵਜੇ ਤੱਕ ਤਿਆਰ ਹੋਣਾ ਚਾਹੀਦਾ। ਇੱਕ ਵਾਰ ਖਾਣਾ 7:30 ਤੱਕ ਤਿਆਰ ਹੋਇਆ ਤਾਂ ਜਸਵਿੰਦਰ ਨੇ ਮੈਨੂੰ 2 ਦਿਨ ਨਹੀਂ ਬੁਲਾਇਆ ਸੀ। ਸਾਉਣ ਦੇ ਮਹੀਨੇ 'ਚ ਜਦੋਂ ਮੈਂ ਪੇਕੇ ਗਈ ਤਾਂ ਮੈਂ 10 ਦਿਨ ਲਈ ਗਈ, ਪਰ ਮੇਰੀ ਮਾਸੀ ਦੀ ਕੁੜੀ ਮਨਜੀਤ ਮੇਰੀ ਪੱਕੀ ਸਹੇਲੀ ਵੀ ਸੀ। ਅਸੀਂ ਇਕੱਠੇ ਸਕੂਲ ਜਾਂਦੀਆਂ ਸੀ ਤੇ ਕਾਲਜ ਵੀ ਇਕੱਠੇ ਗਈਆਂ, ਪਰ BA ਦੇ ਆਖਰੀ ਸਾਲ 'ਚ ਜਦੋਂ ਮੇਰਾ ਰਿਸ਼ਤਾ ਤੈਅ ਹੋਇਆ ਸੀ ਤਾਂ ਮੇਰਾ ਕਾਲਜ ਛੁੱਟ ਗਿਆ ਸੀ। ਜਦੋਂ ਉਸਨੂੰ ਪਤਾ ਲੱਗਦਾ ਕਿ ਮੈਂ ਪੇਕੇ ਆਈ ਹਾਂ ਤਾਂ ਉਹ ਵੀ ਆ ਜਾਂਦੀ। ਇਸ ਵਾਰ ਸਾਉਣ ਦੀਆਂ ਛੁੱਟੀਆਂ 'ਚ ਜਦੋਂ ਮੈਨੂੰ ਮਨਜੀਤ ਨੇ ਰੋਕ ਲਿਆ ਤਾਂ ਜਸਵਿੰਦਰ ਮੈਨੂੰ ਲੈਣ ਹੀ ਨਹੀਂ ਆਏ। ਮੈਂ ਉਡੀਕਦੀ ਰਹੀ ਤੇ ਫਿਰ ਜਸ਼ਨ ਦੇ ਨਾਨਾ ਜੀ ਮੈਨੂੰ ਛੱਡਣ ਗਏ। ਅੱਜ ਜਦੋਂ ਜਸ਼ਨ ਘਰ ਆਉਂਦੀ ਹੈ ਤਾਂ ਮੈਨੂੰ ਆਪਣੀਆਂ ਸਾਉਣ ਦੀਆਂ ਛੁੱਟੀਆਂ ਯਾਦ ਆ ਜਾਂਦੀਆਂ ਹਨ। ਪਰ ਹੁਣ ਜਸ਼ਨ ਵਿਆਹ ਤੋਂ ਬਾਅਦ ਜਦੋਂ ਵੀ ਪੇਕੇ ਘਰ ਆਉਂਦੀ ਹੈ ਉਹ ਬਹੁਤ ਸ਼ਾਂਤ ਤੇ ਚੁੱਪ ਰਹਿੰਦੀ ਹੈ। ਇਹ ਗੱਲ ਉਸਦੇ ਪਾਪਾ ਨੂੰ ਬਹੁਤ ਤੰਗ ਕਰਦੀ ਹੈ। ਉਸਨੂੰ ਦੇਖ ਕੇ ਉਹ ਵੀ ਉਦਾਸ ਹੋ ਜਾਂਦੇ ਨੇ ਤੇ ਪੁੱਛਦੇ ਨੇ ਕਿ ਕੀ ਹੋਇਆ। ਉਹ ਮਜ਼ਾਕ ਕਰਨ ਤੋਂ ਭੱਜਣ ਲੱਗ ਗਈ। ਜਦੋਂ ਜਸਵਿੰਦਰ ਮੈਨੂੰ ਪੁੱਛਦੇ ਤਾਂ ਮੈਂ ਵੀ ਟਾਲ ਦਿੰਦੀ, ਬਸ ਕੁਝ ਵੀ ਨਹੀਂ, ਸਭ ਠੀਕ ਹੈ, ਤੁਹਾਡਾ ਵਹਿਮ ਹੈ। ਜਸ਼ਨ ਮੈਨੂੰ ਸਭ ਕੁਝ ਦੱਸ ਦਿੰਦੀ ਸੀ, ਪਰ ਮੈਂ ਉਸਨੂੰ ਹਿਦਾਇਤ ਦਿੱਤੀ ਸੀ ਕਿ ਤੂੰ ਇਹ ਗੱਲ ਕਿਸੇ ਨੂੰ ਨਾ ਦੱਸੀ, ਖਾਸ ਕਰਕੇ ਤੇਰੇ ਡੈਡੀ ਨੂੰ। ਉਹ ਇਸ ਗੱਲ ਤੋਂ ਦੁਖੀ ਹੋਣਗੇ। ਮੈਂ ਉਸਨੂੰ ਸਮਝਾਉਂਦੀ ਜੇ ਕੋਈ ਗੱਲ ਉਸਨੂੰ ਕੁਝ ਸਮਝ ਨਹੀਂ ਆਉਂਦੀ। ਇੱਕ ਦਿਨ ਮੈਂ ਤੇ ਜਸ਼ਨ ਇਕੱਲੇ ਗੱਲਾਂ ਕਰ ਰਹੇ ਸੀ। ਉਸ ਸਮੇਂ ਮੈਂ ਉਸਨੂੰ ਕੁਝ ਸਮਝਾ ਰਹੀ ਸੀ। ਮੇਰੀ ਨੂੰਹ ਰਮਨ ਵਰਾਂਡੇ ਵਿੱਚ ਬੈਠੀ ਗੁਰੀ ਨੂੰ ਦੁੱਧ ਪਿਲਾ ਰਹੀ ਸੀ। ਸਾਡੀ ਦੋਹਾਂ ਦੀ ਗੱਲਬਾਤ ਬਹੁਤ ਗੰਭੀਰ ਹੋ ਗਈ ਅਤੇ ਬਹਿਸ ਵੀ ਹੋ ਰਹੀ ਸੀ। ਸਾਨੂੰ ਪਤਾ ਹੀ ਨਹੀਂ ਲੱਗਾ ਕਿ ਕਦੋਂ ਜਸਵਿੰਦਰ ਦਫ਼ਤਰ ਤੋਂ ਆ ਕੇ ਮੇਰੇ ਪਿੱਛੇ ਖੜੇ ਹੋ ਗਏ। ਸਾਨੂੰ ਦੋਵਾਂ ਨੂੰ ਪਤਾ ਵੀ ਨਹੀਂ ਸੀ। ਸਾਡੇ ਦੋਨਾਂ ਦੀ ਗੱਲ ਕਰਦੇ ਵਿੱਚੋਂ ਦੀ ਉਹ ਉੱਚੀ ਬੋਲੇ, ਤੁਸੀਂ ਦੋਵੇਂ ਮੇਰੇ ਤੋਂ ਕੀ ਛੁਪਾ ਰਹੀਆਂ ਹੋ? ਕੀ ਛੁਪਾਉਣਾ ਹੈ? ਕੋਈ ਗੱਲ ਨਹੀਂ, ਲੁਕਾਉਣ ਲਈ ਕੁਝ ਹੈ ਹੀ ਨਹੀਂ। ਅੱਛਾ, ਤੂੰ ਮੈਨੂੰ ਮੂਰਖ ਬਣਾ ਰਹੀ ਹੈ। ਮੈਂ ਦੇਖ ਰਿਹਾ ਹਾਂ ਕਿ ਜਸ਼ਨ ਇੰਨੇ ਦਿਨਾਂ ਤੋਂ ਪਰੇਸ਼ਾਨ ਹੈ। ਜੇ ਮੈਂ ਤੁਹਾਨੂੰ ਪੁੱਛਦਾ ਜਾਂ ਪੁੱਛਣ ਲਈ ਕਹਿਣਾ ਤਾਂ ਤੁਸੀਂ ਕੁਝ ਨਹੀਂ ਕਹਿ ਕੇ ਸਾਰ ਦਿੰਦੇ ਹੋ। ਮੈਂ ਤੁਹਾਡੇ ਤੇ ਵਿਸ਼ਵਾਸ ਕੀਤਾ ਸੀ। ਤੁਸੀਂ ਦੋਵਾਂ ਨੇ ਮੈਨੂੰ ਕੋਈ ਗੱਲ ਸਾਂਝੀ ਕਰਨ ਦੇ ਕਾਬਿਲ ਵੀ ਨਹੀਂ ਸਮਝਿਆ। ਮੇਰਾ ਦਿਲ ਟੁੱਟ ਗਿਆ ਤੁਹਾਡੀ ਦੋਨਾਂ ਦੀ ਇਸ ਹਰਕਤ ਤੋਂ। ਮੈਂ ਕਦੋਂ ਤੋਂ ਦੂਰ ਹੋ ਗਿਆ ਹਾਂ। ਓਹੋ, ਇੰਨਾ ਕੁਛ ਨਾ ਸੋਚੋ, ਤੁਸੀਂ ਤਾਂ ਗੱਲ ਕਿੱਥੇ ਦੀ ਕਿੱਥੇ ਲੈ ਗਏ। ਆਓ ਬੈਠੋ, ਮੈਂ ਤੁਹਾਨੂੰ ਸਾਰੀ ਗੱਲ ਸਮਝਾਉਂਦੀ ਹਾਂ। ਜਿਹੜੀ ਗੱਲ ਹੈ ਮੈਂ ਦੱਸਦੀ ਹਾਂ, ਪਰ ਜੇ ਕੋਈ ਖਾਸ ਗੱਲ ਹੁੰਦੀ ਤਾਂ ਮੈਂ ਤੁਹਾਨੂੰ ਜ਼ਰੂਰ ਦੱਸਦੀ। ਮੈਂ ਤੁਹਾਨੂੰ ਉਸ ਕੰਮ ਲਈ ਕਿਉਂ ਪਰੇਸ਼ਾਨ ਕਰਾਂ ਜੋ ਮੇਰੇ ਵੱਸ ਵਿੱਚ ਹੈ, ਜੋ ਮੈਂ ਇਕੱਲੀ ਸੰਭਾਲ ਸਕਦੀ ਹਾਂ। ਤੂੰ ਰਹਿਣ ਦੇ, ਅੱਜ ਤੱਕ ਮੈਂ ਸਭ ਕਰਦਾ ਆਇਆ, ਹੁਣ ਸਿਰਫ ਤੂੰ ਕਿਵੇਂ ਸੰਭਾਲ ਸਕਦੀ ਹੈ? ਮੈਂ ਜਸਵਿੰਦਰ ਦੀ ਗੱਲ ਕੱਟ ਕੇ ਕਿਹਾ ਕਿ ਮੈਂ ਕੀ ਗਲਤ ਕੀਤਾ ਹੈ? ਕੀ ਇਹ ਸੋਚਣਾ ਗਲਤ ਹੈ ਕਿ ਤੁਹਾਡੀ ਕੁੜੀ ਲਈ ਕੀ ਚੰਗਾ ਹੈ ਤੇ ਕੀ ਬੁਰਾ ਹੈ? ਮੈਂ ਇਹ ਕਦੋਂ ਕਿਹਾ? ਪਰ ਮੈਨੂੰ ਇਸ ਬਾਰੇ ਪਤਾ ਹੋਣਾ ਚਾਹੀਦਾ ਹੈ ਕਿ ਮੇਰੀ ਜ਼ਿੰਮੇਵਾਰੀ ਨਹੀਂ ਬਣਦੀ ਹੁਣ। ਤੁਸੀਂ ਦੇਖੋ, ਕੋਈ ਵੱਡੀ ਗੱਲ ਨਹੀਂ ਹੈ, ਛੋਟੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਅਸੀਂ ਵੱਡਾ ਕਰਦੇ ਹਾਂ ਅਤੇ ਵੱਡੀਆਂ ਬਣਾ ਲੈਂਦੇ ਹਾਂ, ਫਿਰ ਉਹ ਖਤਮ ਹੀ ਨਹੀਂ ਹੁੰਦੀਆਂ। ਇਹ ਸਾਡੀ ਸੋਚ ਹੈ ਜਿਸ ਨੂੰ ਸਾਨੂੰ ਠੀਕ ਕਰਨਾ ਚਾਹੀਦਾ ਹੈ। ਸਾਫ਼-ਸਾਫ਼ ਦੱਸ ਸੱਤ, ਜਸਵਿੰਦਰ ਨੇ ਖਿੱਝ ਕੇ ਕਿਹਾ। ਠੀਕ ਹੈ, ਫਿਰ ਸੁਣੋ। ਪੂਰੀ ਗੱਲ ਇਹ ਹੈ ਕਿ ਕੁੜੀਆਂ ਨੂੰ ਸਹੁਰੇ ਘਰ ਵਿੱਚ ਰਹਿਣਾ ਪੈਂਦਾ ਹੈ ਅਤੇ ਉਹਨਾਂ ਨੂੰ ਉੱਥੇ ਦੇ ਰੀਤੀ ਰਿਵਾਜਾਂ ਦੀ ਪਾਲਣਾ ਕਰਨੀ ਪੈਂਦੀ ਹੈ। ਮੰਨ ਲਓ ਕਿ ਉਹਨਾਂ ਦੇ ਸਹੁਰੇ ਘਰ ਵਿੱਚ 10 ਲੋਕ ਹਨ ਅਤੇ ਉਹ ਸਾਰੇ ਬਦਲ ਨਹੀਂ ਸਕਦੇ। ਇੱਕ ਸਾਡੀ ਆਪਣੀ ਧੀ ਹੈ। ਜੇਕਰ ਤੁਸੀਂ ਥੋੜਾ ਐਡਜਸਟ ਕਰ ਲਓ ਤਾਂ ਆਉਣ ਵਾਲੇ ਸਮੇਂ ਵਿੱਚ ਖੁਸ਼ ਰਹੋਗੇ। ਛੋਟਾ ਮੋਟਾ ਲੜਾਈ ਝਗੜਾ, ਇੱਥੇ ਜਸ਼ਨ ਦੇਰ ਨਾਲ ਜਾਗਦੀ ਸੀ, ਉੱਥੇ ਇਸਨੂੰ ਥੋੜਾ ਜਿਹਾ ਜਲਦੀ ਉੱਠਣਾ ਪੈਂਦਾ ਸੀ। ਇੱਥੇ ਇਹ ਦੇਰ ਨਾਲ ਸੌਂਦੀ ਸੀ, ਉੱਥੇ ਇਸਨੂੰ ਸੌਣਾ ਪੈਂਦਾ ਸੀ ਥੋੜੀ ਜਲਦੀ। ਦੂਸਰੀ ਜਠਾਣੀ ਨਾਲ ਰਲ ਕੇ ਖਾਣਾ ਬਣਾਉਣਾ ਤੇ ਸਭ ਨੂੰ ਖਵਾਉਣਾ। ਅੰਮ੍ਰਿਤ ਦੇ ਦਫ਼ਤਰ ਜਾਣ ਤੋਂ ਪਹਿਲਾਂ ਉਸਦੇ ਕੱਪੜੇ ਤਿਆਰ ਕਰਨੇ, ਫਿਰ ਖਾਣੇ ਤੋਂ ਬਾਅਦ ਭਾਂਡੇ ਤੇ ਘਰ ਦੀ ਸਫਾਈ। ਐਸੇ ਤੇ ਨੌਕਰਾਣੀ ਹੈਗੀ, ਪਰ ਉਹ ਛੁੱਟੀਆਂ ਬਹੁਤ ਕਰਦੀ ਹੈ। ਮੇਰੀ ਧੀ ਤਾਂ ਆਪ ਨੌਕਰਾਣੀ ਬਣ ਗਈ, ਉਸਨੂੰ ਸਭ ਕੁਝ ਕਰਨਾ ਪੈਂਦਾ ਹੈ।
ਕਿ ਤੇਰਾ ਦਿਮਾਗ ਠੀਕ ਹੈ ਸੱਤ? ਮੈਂ ਹੱਸ ਪਈ, ਪਰ ਜਸਵਿੰਦਰ ਨੂੰ ਮੇਰਾ ਹੱਸਣਾ ਪਸੰਦ ਨਹੀਂ ਆਇਆ। ਕੱਲ ਮੈਂ ਚੀਮਾ ਸਾਹਿਬ ਨਾਲ ਗੱਲ ਕਰਾਂਗਾ। ਮੇਰੀ ਕੁੜੀ ਨੇ ਆਪਣੀ BSc ਨਰਸਿੰਗ ਕਰ ਲਈ ਹੈ, ਨੌਕਰੀ ਉਸਦੇ ਹੱਥਾਂ ਵਿੱਚ ਹੈ। ਉਹ ਜਦੋਂ ਚਾਹੇਗੀ ਉਹ ਕਰ ਲਵੇਗੀ। ਉਸਦਾ ਇਸ ਤਰ੍ਹਾਂ ਦਿਲ ਨਹੀਂ ਦਿਖਾਉਣਾ ਚਾਹੀਦਾ ਸੀ ਉਹਨਾਂ ਨੂੰ। ਰੋਟੀਆਂ ਪਕਾਉਣ, ਭਾਂਡੇ ਮਾਂਜਣ ਲਈ ਥੋੜਾ ਵਿਆਹ ਕੀਤਾ। ਮੈਂ ਫਿਰ ਹੱਸ ਕੇ ਕਿਹਾ, ਪਰ ਤੁਹਾਨੂੰ ਬੁਰਾ ਕਿਉਂ ਲੱਗ ਰਿਹਾ ਹੈ? ਜੇ ਤੁਹਾਡੀ ਧੀ ਨੂੰ ਸਹੁਰੇ ਘਰ ਜਲਦੀ ਉੱਠਣਾ ਪੈਂਦਾ ਹੈ ਤਾਂ ਇਹ ਮਾੜੀ ਗੱਲ ਹੈ। ਭਲਾ ਕਿਉਂ ਭਾਈ, ਕਿਉਂ? ਮੰਮੀ ਅਤੇ ਡੈਡੀ ਜੀ ਠੀਕ ਕਹਿੰਦੇ ਨੇ ਪਾਪਾ। ਉਹ ਚਾਹੁੰਦੇ ਹਨ ਕਿ ਮੈਂ ਆਪਣੇ ਸਹੁਰੇ ਘਰ ਵਿੱਚ ਚੰਗੀ ਤਰ੍ਹਾਂ ਰਹਾਂ। ਮੈਂ ਕੁਝ ਦਿਨਾਂ ਵਿੱਚ ਐਡਜਸਟ ਹੋ ਜਾਵਾਂਗੀ। ਸ਼ੁਰੂ ਵਿੱਚ ਮੈਨੂੰ ਕੁਝ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ, ਪਰ ਹੁਣ ਅੰਮ੍ਰਿਤ ਮੇਰਾ ਬਹੁਤ ਧਿਆਨ ਰੱਖਦੇ ਨੇ। ਚਿੰਤਾ ਨਾ ਕਰੋ ਮੇਰੇ ਬੱਚੇ, ਮੈਂ ਚਾਹੁੰਦੀ ਹਾਂ ਕਿ ਤੈਨੂੰ ਕੋਈ ਤਕਲੀਫ ਨਾ ਹੋਵੇ। ਤੇਰੇ ਪਾਪਾ ਬੈਠੇ ਨੇ, ਤੈਨੂੰ ਕੋਈ ਸਮੱਸਿਆ ਨਹੀਂ ਆਉਂਦੀ। ਪਾਪਾ, ਤੁਹਾਨੂੰ ਮੈਨੂੰ ਇੱਕ ਗੱਲ ਦੱਸਣ ਵਿੱਚ ਕੋਈ ਇਤਰਾਜ਼ ਤਾਂ ਨਹੀਂ? ਨਾਨਾ ਜੀ ਵੀ ਇਹੀ ਚਾਹੁੰਦੇ ਸਨ। ਫਿਰ ਤੁਸੀਂ ਕਦੇ ਧਿਆਨ ਕਿਉਂ ਨਹੀਂ ਦਿੱਤਾ? ਅੱਜ ਤੁਸੀਂ ਆਪਣੀ ਧੀ ਲਈ ਬਦਲ ਗਏ ਹੋ। ਦੱਸੋ ਭਲਾ ਇਹ ਚੰਗੀ ਗੱਲ ਹੈ? ਪਰ ਮੈਂ ਐਡਜਸਟ ਕਰਨਾ ਜਾਣਦੀ ਹਾਂ। ਅੱਜ ਜੇ ਮੇਰੀ ਮਾਂ ਨਾ ਹੁੰਦੀ ਤਾਂ ਮੈਂ ਆਪਣੇ ਸਹੁਰੇ ਘਰ ਇੱਕ ਪਲ ਵੀ ਨਹੀਂ ਰਹਿ ਸਕਦੀ ਸੀ, ਜੇਕਰ ਉਸਨੇ ਮੈਨੂੰ ਐਡਜਸਟ ਕਰਨਾ ਨਾ ਸਿਖਾਇਆ ਹੁੰਦਾ। ਸਾਰੀਆਂ ਮਾਵਾਂ ਨੂੰ ਆਪਣੀਆਂ ਧੀਆਂ ਨੂੰ ਘਰ ਸੰਭਾਲਣਾ ਸਿਖਾਉਣਾ ਚਾਹੀਦਾ ਹੈ। ਜੇਕਰ ਅਜਿਹਾ ਨਾ ਹੋਇਆ ਤਾਂ ਪਰਿਵਾਰ ਟੁੱਟ ਜਾਣਗੇ। ਕਈ ਆਪਣੀਆਂ ਧੀਆਂ ਨੂੰ ਬਹੁਤ ਉਕਸਾਉਂਦੇ ਹਨ, ਸਮਝਾਉਣਾ ਤਾਂ ਦੂਰ ਉਲਟਾ ਭੜਕਾਉਂਦੇ ਹਨ। ਤੂੰ ਪੜ੍ਹੀ ਲਿਖੀ ਹੈ, ਕੀ ਫਾਇਦਾ ਤੇਰੀ ਪੜ੍ਹਾਈ ਦਾ? ਕੀ ਪੜ੍ਹਾਈ ਨੇ ਤੈਨੂੰ ਅਧੀਨ ਰਹਿਣਾ ਸਿਖਾਇਆ? ਤੂੰ ਮੁਕਾਬਲਾ ਕਰ, ਦੱਬ ਕੇ ਨਹੀਂ ਰਹਿਣਾ। ਇਹ ਗਲਤੀ ਅਕਸਰ ਬਾਪ ਕਰ ਜਾਂਦੇ ਹਨ। ਚੰਗੀ ਗੱਲ ਹੈ ਪਾਪਾ, ਮੈਂ ਤੁਹਾਨੂੰ ਕੁਝ ਨਹੀਂ ਦੱਸਿਆ ਕਿਉਂਕਿ ਮੇਰੀ ਮਾਂ ਕਹਿੰਦੀ ਸੀ ਨਹੀਂ ਤਾਂ ਮੇਰਾ ਘਰ ਤਾਂ ਬਰਬਾਦ ਹੀ ਸਮਝੋ। ਪਾਪਾ ਤੁਸੀਂ ਮੇਰੀ ਚਿੰਤਾ ਨਾ ਕਰੋ, ਮੈਂ 6 ਮਹੀਨਿਆਂ ਵਿੱਚ ਸਭ ਕੁਝ ਸਮਝ ਗਈ ਹਾਂ। ਮੇਰੀਆਂ ਗੱਲਾਂ ਦੀ ਚਿੰਤਾ ਨਾ ਕਰੋ ਪਾਪਾ। ਤੁਸੀਂ ਮੈਨੂੰ ਬਹੁਤ ਪਿਆਰ ਕਰਦੇ ਹੋ, ਇਸ ਲਈ ਮੈਨੂੰ ਪਤਾ ਹੈ ਕਿ ਤੁਸੀਂ ਇਹ ਕਹਿ ਰਹੇ ਹੋ, ਪਰ ਸਾਨੂੰ ਕੁੜੀਆਂ ਨੂੰ ਦੋਵੇਂ ਘਰ ਸੰਭਾਲਣੇ ਹਨ, ਇੱਕ ਨਹੀਂ। ਧੀ, ਤੂੰ ਮੇਰੇ ਨਾਲੋਂ ਵੱਧ ਸਿਆਣੀ ਨਿਕਲੀ। ਮੈਨੂੰ ਤੇਰੇ ਤੇ ਮਾਣ ਹੈ ਮੇਰੀਏ ਧੀਏ। ਪਾਪਾ, ਮੈਂ ਅਕਲਮੰਦ ਨਹੀਂ ਹਾਂ, ਇਹ ਮੰਮੀ ਦੀ ਸਿਖਲਾਈ ਹੈ। ਮੰਮੀ ਨੇ ਆਪਣੇ ਘਰ ਨੂੰ ਚੰਗੀ ਤਰ੍ਹਾਂ ਤੇ ਬੜੀ ਸਮਝਦਾਰੀ ਨਾਲ ਸੰਭਾਲ ਕੇ ਰੱਖਿਆ ਅਤੇ ਇਸ ਘਰ ਵਿੱਚ ਸਭ ਨਾਲ ਐਡਜਸਟ ਕਰਨ ਵਿੱਚ ਭਾਬੀ ਦੀ ਬਹੁਤ ਮਦਦ ਕੀਤੀ। ਹੁਣ ਉਹ ਮੈਨੂੰ ਮੇਰੇ ਸਹੁਰੇ ਘਰ ਵਿੱਚ ਐਡਜਸਟ ਕਰਨ ਲਈ ਬਰਾਬਰ ਯਤਨ ਕਰ ਰਹੀ ਹੈ। ਇਹ ਗੱਲ ਮੈਨੂੰ ਸਮਝ ਨਹੀਂ ਆ ਰਹੀ ਸੀ ਤੇ ਮੈਂ ਮੰਮੀ ਨੂੰ ਗਲਤ ਸਮਝਦੀ ਰਹਿੰਦੀ ਸੀ। ਮੰਮੀ ਕਹਿੰਦੇ ਛੋਟੀਆਂ ਵੱਡੀਆਂ ਗੱਲਾਂ ਸਹੁਰੇ ਘਰ ਦੀਆਂ ਪੇਕੇ ਘਰ ਆ ਕੇ ਨਹੀਂ ਦੱਸਣੀਆਂ ਜਾਣੀਆਂ ਚਾਹੀਦੀਆਂ। ਇਸੇ ਤਰ੍ਹਾਂ ਘਰ ਦੀ ਹਰ ਗੱਲ ਸਹੁਰੇ ਘਰ ਵਿੱਚ ਨਹੀਂ ਦੱਸਣੀ ਚਾਹੀਦੀ। ਇਸ ਗੱਲ ਨੂੰ ਹੁਣ ਚੰਗੀ ਤਰ੍ਹਾਂ ਸਮਝੋ। ਮੰਮੀ ਨੇ ਪੂਰੀ ਦਿੱਤੀ 6 ਮਹੀਨੇ ਦੀ ਟ੍ਰੇਨਿੰਗ। ਹੁਣ ਮੈਨੂੰ ਲੱਗਦਾ ਹੈ ਕਿ ਸਾਰੀਆਂ ਮਾਵਾਂ ਨੂੰ ਆਪਣੀਆਂ ਧੀਆਂ ਨੂੰ ਇਸ ਤਰ੍ਹਾਂ ਸਮਝਾਉਣਾ ਚਾਹੀਦਾ ਹੈ ਤਾਂ ਕਿ ਕਿਸੇ ਦਾ ਘਰ ਨਾ ਟੁੱਟੇ। ਅੱਜ ਕੱਲ੍ਹ ਮੋਬਾਈਲਾਂ ਕਾਰਨ ਹਰ ਛੋਟੀ ਮੋਟੀ ਗੱਲ ਕੁੜੀਆਂ ਨੂੰ ਹਰ ਮਿੰਟ ਪਤਾ ਹੁੰਦੀ ਹੈ। ਉਹ ਆਪਣੀ ਮੰਮੀ ਨੂੰ ਉਸੇ ਵੇਲੇ ਫੋਨ ਖੜਕਾ ਦਿੰਦੀਆਂ ਹਨ, ਜਿਸ ਕਾਰਨ ਮੁਸ਼ਕਲਾਂ ਹੋਰ ਹੋ ਜਾਂਦੀਆਂ ਹਨ। ਹੁਣ ਮੇਰੀ ਨਜ਼ਰ ਵਿੱਚ ਮੰਮੀ ਦਾ ਦਰਜਾ ਹੋਰ ਵੀ ਉੱਚਾ ਹੋ ਗਿਆ ਹੈ। ਮੈਨੂੰ ਤੇਰੇ ਤੇ ਮਾਣ ਹੈ ਬੇਟੀ। ਤੂੰ ਆਪਣੀ ਮਾਂ ਕੋਲ ਗਈ, ਮੈਨੂੰ ਇਸ ਗੱਲ ਦਾ ਵੀ ਮਾਣ ਹੈ। ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ। ਤੂੰ ਮੇਰੀ ਬਹੁਤ ਬਹਾਦਰ ਧੀ ਨਿਕਲੀ। ਤੂੰ ਮੇਰਾ ਸਿਰ ਉੱਚਾ ਕਰ ਦਿੱਤਾ। ਸੱਤ, ਤੇਰੇ ਨਾਲ ਜ਼ਿੰਦਗੀ ਦੇ ਲਗਭਗ 40 ਸਾਲ ਬਿਤਾਏ। ਹੁਣ ਉਹ ਮੈਂ ਵਾਪਸ ਤੇ ਨਹੀਂ ਲਿਆ ਸਕਦਾ। ਤੇਰੇ ਡੈਡੀ ਤੋਂ ਮਾਫੀ ਵੀ ਨਹੀਂ ਮੰਗ ਸਕਦਾ ਕਿਉਂਕਿ ਉਹ ਹੁਣ ਸਾਡੇ ਨਾਲ ਨਹੀਂ। ਪਰ ਮੈਂ ਅੱਜ ਤੋਂ ਆਪਣੇ ਆਪ ਨੂੰ ਬਦਲਣਾ ਸ਼ੁਰੂ ਕਰਦਾ। ਕੋਸ਼ਿਸ਼ ਕਰਾਂਗਾ ਜੋ ਸੁੱਖ ਪਿਛਲੇ ਸਾਲਾਂ 'ਚ ਮੈਂ ਨਹੀਂ ਦੇ ਸਕਿਆ ਉਹ ਮੈਂ ਆਪਣੀ ਆਉਣ ਵਾਲੀ ਜ਼ਿੰਦਗੀ 'ਚ ਜ਼ਰੂਰ ਦੇਵਾਂ। ਜਸਵਿੰਦਰ ਦੀ ਗੱਲ ਸੁਣ ਮੇਰੀਆਂ ਅੱਖਾਂ ਨਮ ਸਨ, ਪਰ ਕੋਈ ਹੰਝੂ ਨਹੀਂ ਆਇਆ। 40 ਸਾਲ ਦੀ ਜ਼ਿੰਦਗੀ 'ਚ ਜਾਣੇ ਅਣਜਾਣੇ ਦਿੱਤੇ ਗਏ ਜ਼ਖਮ ਸਾਰੇ ਹਰੇ ਹੋ ਗਏ ਸਨ। ਮੈਂ ਕੋਈ ਗਿਲਾ ਨਹੀਂ ਕੀਤਾ ਕਿਉਂਕਿ ਇਨਸਾਨ ਦੀ 40 ਸਾਲ ਦੀ ਆਦਤ ਦਾ ਇੱਕ ਦਿਨ 'ਚ ਬਦਲਣਾ ਨਾਮੁਮਕਿਨ ਹੈ, ਖਾਸ ਕਰਕੇ ਮਰਦਾਂ ਵਾਸਤੇ ਇਹ ਕਹਿਣਾ ਤੇ ਕਰਨਾ। ਮੈਂ ਜਸਵਿੰਦਰ ਨੂੰ ਸਮਾਂ ਦੇਣਾ ਚਾਹੁੰਦੀ ਸੀ। ਮੈਂ ਸੋਚ ਲਿਆ ਸੀ ਕਿ ਜਿਸ ਦਿਨ ਮੈਨੂੰ ਲੱਗੇਗਾ ਕਿ ਜਸਵਿੰਦਰ ਸੱਚੀ ਬਦਲ ਗਏ, ਉਸ ਦਿਨ ਮੈਂ ਆਪਣੇ ਹੰਝੂ ਜਸਵਿੰਦਰ ਨਾਲ ਸਾਂਝੇ ਕਰਾਂਗੀ। ਮੈਨੂੰ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਈ ਹੋਵੇਗੀ। ਕਿਰਪਾ ਕਰਕੇ ਮੇਰੇ ਚੈਨਲ ਨਿਊ ਪੰਜਾਬੀ ਕਹਾਣੀਆਂ ਨੂੰ ਸਬਸਕ੍ਰਾਈਬ ਕਰੋ। ਵੀਡੀਓ ਨੂੰ ਲਾਈਕ ਕਰਕੇ ਕਮੈਂਟ ਕਰਕੇ ਦੱਸੋ ਕਹਾਣੀ ਕਿਸ ਤਰ੍ਹਾਂ ਦੀ ਲੱਗੀ। ਤੁਹਾਡਾ ਬਹੁਤ ਧੰਨਵਾਦ। ਰੱਬ ਰੱਖਾ।